ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜਸਟ ਨੋਟਸ। ਆਪਾਂ ਪੜ੍ਹ ਰਹੇ ਹਾਂ ਏਂਸ਼ੀਅੰਟ ਹਿਸਟਰੀ ਦੇ ਵਿੱਚ ਚੈਪਟਰ 8 ਜਿਹਦਾ ਨੇਮ ਹੈ ਸਾਊਥ ਇੰਡੀਆ। ਜਾਣੀ ਕਿ ਇਸ ਚੈਪਟਰ ਦੇ ਵਿੱਚ ਆਪਾਂ ਜੋ ਸਾਊਥ ਇੰਡੀਆ ਦੇ ਕਿੰਗਡਮਸ ਰਹੇ ਨੇ, ਪਾਵਰਫੁਲ ਕਿੰਗਡਮਸ ਰਹੇ ਨੇ, ਉਹਨਾਂ ਦੀ ਗੱਲ ਕਰਨ ਜਾ ਰਹੇ ਹਾਂ। ਸੋ ਆਪਾਂ ਨੇ ਇਸ ਤੋਂ ਪਹਿਲਾਂ ਦੇਖਿਆ ਵੀ ਨਾਰਥ ਇੰਡੀਆ ਦੀ ਹੀ ਗੱਲ ਕੀਤੀ ਜਾ ਰਹੀ ਸੀ। ਨਾਰਥ ਇੰਡੀਆ ਦੇ ਵਿੱਚ ਹੀ ਮੌਰੀਅਨ ਇੰਪਾਇਰ ਦੀ ਸਥਾਪਨਾ ਹੁੰਦੀ ਹੈ, ਗੁਪਤ ਏਜ ਆਉਂਦੀ ਹੈ। ਉਸ ਤੋਂ ਬਾਅਦ ਰਾਜਪੂਤਸ ਵੀ ਨੇ ਜਿਹੜੇ ਉਹ ਨਾਰਥ ਤੇ ਸੈਂਟਰਲ ਇੰਡੀਆ ਤੇ ਹੁੰਦੇ ਨੇ, ਤੇ ਇਹੀ ਸਮੇਂ ਦੌਰਾਨ ਸਾਊਥ ਇੰਡੀਆ ਦੇ ਵਿੱਚ ਵੀ ਕੁਝ ਰਾਜ ਸਥਾਪਿਤ ਕੀਤੇ ਜਾਂਦੇ ਨੇ। ਵੱਖ-ਵੱਖ ਸ਼ਕਤੀਸ਼ਾਲੀ ਰਾਜਾਂ ਦੀ ਸਥਾਪਨਾ ਕੀਤੀ ਜਾਂਦੀ ਹੈ ਅਲੱਗ-ਅਲੱਗ ਸ਼ਾਸਕਾਂ ਵੱਲੋਂ, ਜਿਵੇਂ ਸੇਮ ਨਾਰਥ ਸੈਂਟਰਲ ਇੰਡੀਆ ਦੇ ਵਿੱਚ ਚੱਲਦਾ ਆ ਰਿਹਾ ਸੀ। ਸੋ ਲੈਟਸ ਸਟਾਰਟ ਆਰ ਟੌਪਿਕ। 14th ਸੈਂਚੁਰੀ ਯਾਨੀ ਕਿ 14ਵੀਂ ਸਦੀ ਦੇ ਵਿੱਚ ਸਾਊਥ ਇੰਡੀਆ ਦੇ ਵਿੱਚ ਦੋ ਪਾਵਰਫੁਲ ਕਿੰਗਡਮਸ ਦਾ ਜਨਮ ਹੁੰਦਾ ਹੈ। ਜਿਵੇਂ ਆਪਾਂ ਨਾਰਥ ਸੈਂਟਰਲ ਇੰਡੀਆ ਦੇ ਵਿੱਚ ਵੀ ਰਾਜਪੂਤਸ ਦੇ ਵਿੱਚ ਵੀ ਓਨਲੀ ਇੰਪੋਰਟੈਂਟ ਕਿੰਗਡਮਸ ਹੀ ਡਿਸਕਸ ਕੀਤੇ ਸੀ, ਉਹਨਾਂ ਦਾ ਲਾਸਟ ਰੂਲਰ, ਉਹਨਾਂ ਦਾ ਫਾਊਂਡਰ। ਐਵੇਂ ਹੀ ਸਾਊਥ ਇੰਡੀਆ ਦੇ ਵਿੱਚ ਵੀ ਦੋ ਇੰਪੋਰਟੈਂਟ ਪਾਵਰਫੁਲ ਕਿੰਗਡਮਸ ਨੇ ਜਿਨ੍ਹਾਂ ਦਾ ਨਾਂ ਹੈ ਵਿਜੈਨਗਰ ਐਂਡ ਬਹਿਮਨੀ ਸਾਮਰਾਜ। ਗॉट इट। ਨਾਓ ਨੈਕਸਟ, ਇਸਟੈਬਲਿਸ਼ਮੈਂਟ ਆਫ ਬਾਹਮਨੀ ਕਿੰਗਡਮ। ਬਾਹਮਨੀ ਕਿੰਗਡਮ ਦੀ ਜੋ ਸਥਾਪਨਾ ਹੈ ਉਹ ਕਿਸਨੇ ਕੀਤੀ ਸੀ? ਅਲਾਉਦੀਨ ਬਾਹਮਨ ਸ਼ਾਹ ਨੇ। 1347 ਤੋਂ ਲੈ ਕੇ 58 ਤੱਕ ਇਸ ਸ਼ਾਸਕ ਦਾ ਰਾਜ ਰਿਹਾ। ਇਸਨੇ ਸਥਾਪਨਾ ਬਾਹਮਨੀ ਕਿੰਗਡਮ ਦੀ 1347 ਦੇ ਵਿੱਚ ਕੀਤੀ ਸੀ। ਸੋ ਇਹਦੇ ਪਿੱਛੇ ਸਟੋਰੀ ਕੀ ਸੀ ਵੀ ਇਸ ਤਰੀਕੇ ਦੇ ਅਲੱਗ-ਅਲੱਗ ਸਾਊਥ ਇੰਡੀਆ ਦੇ ਵਿੱਚ ਕਿੰਗਡਮ ਬਣਨ ਲੱਗੇ। ਵਾਟਸ ਦ ਸਟੋਰੀ ਬਿਹਾਈਂਡ ਦਿਸ? ਸੋ ਦ ਰੀਜ਼ਨ ਇਜ਼ ਮੁਹੰਮਦ ਬਿਨ ਤੁਗਲਕ ਉਸ ਟਾਈਮ ਤੇ ਰੂਲ ਹੁੰਦਾ ਹੈਗਾ ਭਾਰਤ ਦੇ ਉੱਤੇ ਮੁਹੰਮਦ ਬਿਨ ਤੁਗਲਕ ਦਾ। ਠੀਕ ਹੈ। ਸੋ ਥੋੜੀ ਦਿੱਲੀ ਸਲਤਨਤ ਦੇ ਰਿਲੇਟਡ ਵੀ ਇਸ ਦੇ ਵਿੱਚ ਪੁਆਇੰਟ ਹੈ ਦੈਟ ਦਿੱਲੀ ਸਲਤਨਤ ਦਾ ਜੋ ਸੁਲਤਾਨ ਹੁੰਦਾ ਸੀ ਉਹ ਸੀ ਮੁਹੰਮਦ ਬਿਨ ਤੁਗਲਕ। ਇਸ ਤੋਂ ਨੈਕਸਟ ਚੈਪਟਰਸ ਦੇ ਵਿੱਚ ਡਿਸਕਸ ਕੀਤਾ ਜਾਵੇਗਾ ਮੈਡੀਵੀਅਲ ਹਿਸਟਰੀ ਦੇ ਵਿੱਚ ਅਬਾਊਟ ਦ ਦਿੱਲੀ ਸਲਤਨਤ। ਸੋ ਫਿਲਹਾਲ ਦੇ ਲਈ we just have to understand that the ruler of Delhi Sultanate was Muhammad bin Tughlaq at the time of Bahman Shah, Alauddin Bahman Shah, Alauddin Bahman Shah। So ਕਹਾਣੀ ਕੀ ਹੈ? ਮੁਹੰਮਦ ਬਿਨ ਤੁਗਲਕ ਦਾ ਜੋ ਗਵਰਨਰ ਸੀ ਉਸਨੇ ਗਵਰਨਰ ਨਿਯੁਕਤ ਕੀਤਾ ਸੀ ਅਜੀਜ਼ ਉਦ ਦਿਨ ਨੂੰ ਦੌਲਤਾਬਾਦ ਦਾ। ਸੋ ਇੱਕ ਵਾਰ ਕੀ ਹੋਇਆ ਵੀ ਜੋ ਅਮੀਰਾਂ ਦੀ ਇੱਕ ਟੋਲੀ ਜਿਹਨੂੰ ਨਾਂ ਦਿੱਤਾ ਗਿਆ ਸੀ ਅਮੀਰਾਨ ਏ ਸਦਾ, ਸੋ ਇਹ ਕੀ ਕਰਦੇ ਨੇ, ਜੋ ਮੁਹੰਮਦ ਬਿਨ ਤੁਗਲਕ ਦਾ ਨਿਯੁਕਤ ਗਵਰਨਰ ਸੀ ਅਜੀਜ਼ ਉਦ ਦਿਨ, ਉਸ ਨੂੰ ਕੱਢ ਦਿੰਦੇ ਨੇ। ਮਤਲਬ ਉਸ ਨੂੰ ਕੀ ਕਰ ਦਿੰਦੇ ਨੇ, ਰਿਪਲੇਸ ਕਰ ਦਿੰਦੇ ਨੇ ਆਪਣੇ ਗਵਰਨਰ ਦੇ ਨਾਲ। ਸੋ ਜਦੋਂ ਹੁਣ ਇਹ ਗੱਲ ਪਤਾ ਲੱਗਦੀ ਹੈ ਮੁਹੰਮਦ ਬਿਨ ਤੁਗਲਕ ਨੂੰ, ਸੋ ਓਬਵੀਅਸ ਜੀ ਗੱਲ ਹੈ ਉਹ ਕੀ ਕਰੇਗਾ, ਲੜਾਈ ਕਰੇਗਾ। ਸੋ ਜੋ ਅਮੀਰਾਨੇ ਸਦਾ ਦਾ ਹੈੱਡ ਸੀ ਉਹ ਸੀ ਇਸਮਾਇਲ ਮੱਖ ਤੇ ਮੁਹੰਮਦ ਬਿਨ ਤੁਗਲਕ। ਇਹਨਾਂ ਦੋਵਾਂ ਦੇ ਵਿੱਚ ਲੜਾਈ ਹੁੰਦੀ ਹੈ ਜਿਹਦੇ ਵਿੱਚ ਮੁਹੰਮਦ ਬਿਨ ਤੁਗਲਕ ਕੀ ਹੈ, ਜਿੱਤ ਜਾਂਦਾ ਹੈ। ਆਫਟਰ ਆਲ ਇਹ ਸਾਰਿਆਂ ਤੋਂ ਬਾਅਦ ਜਦੋਂ ਪੂਰੀ ਲੜਾਈ ਖਤਮ ਹੋ ਜਾਂਦੀ ਹੈ, ਹੁਣ ਮੁਹੰਮਦ ਬਿਨ ਤੁਗਲਕ ਹੈ ਉਹ ਇੰਡੀਆ ਦੇ ਉੱਤੇ ਰੂਲ ਕਰ ਰਿਹਾ। ਹੀ ਇਜ਼ ਨਾਟ ਟੂ ਮਚ ਫ੍ਰੀ ਦੈਟ ਹੀ ਓਨਲੀ ਫੋਕਸ ਔਨ ਦੌਲਤਾਬਾਦ। ਉਹ ਇੰਨਾ ਫ੍ਰੀ ਨਹੀਂ ਹੈਗਾ ਵੀ ਉਹ ਦੌਲਤਾਬਾਦ ਨੂੰ ਹੀ ਦੇਖੇਗਾ। ਹੁਣ ਲੜਾਈ ਲੜ ਕੇ ਉਹਨਾਂ ਨੂੰ ਦੁਬਾਰਾ ਆਪਣੇ ਗਵਰਨਰ ਨਿਯੁਕਤ ਕਰਕੇ ਹੁਣ ਉਹਨੇ ਵਾਪਸ ਵੀ ਜਾਣਾ ਸੀ। ਤਾਂ ਜਦੋਂ ਉਹ ਵਾਪਸ ਜਾਂਦਾ ਹੈ, ਹਸਨ ਗੰਗੂ ਨਾਮ ਦਾ ਇੱਕ ਅਮੀਰ, ਇਹ ਅਮੀਰ ਸੀ, ਇਹ ਫਿਰ ਡਿਫੀਟਡ ਕਰ ਦਿੰਦਾ ਹੈਗਾ ਤੁਗਲਕ ਦੀ ਆਰਮੀ ਨੂੰ। ਤੇ ਹਸਨ ਗੰਗੂ ਹੀ ਅਲਾਉਦੀਨ ਬਹਿਮਨ ਸ਼ਾਹ ਹੈ, ਇਹ ਇਸ ਨੇਮ ਨੂੰ ਅਡਾਪਟ ਕਰਦਾ ਹੈ ਤੇ ਫਾਊਂਡ ਕਰਦਾ ਹੈਗਾ, ਸਥਾਪਨਾ ਕਰਦਾ ਹੈਗਾ ਬਾਹਮਨੀ ਕਿੰਗਡਮ ਦੀ। ਸੋ ਗॉट इट माई पॉइंट दैट हु was ਅਲਾਉਦੀਨ ਬਹਿਮਨ ਸ਼ਾਹ? ही was the ਹਸਨ ਗੰਗੂ। ਠੀਕ ਹੈ। ਜਦੋਂ ਬਾਹਮਨੀ ਕਿੰਗਡਮ ਦੀ ਜੇ ਆਪਾਂ ਗੱਲ ਕਰੀਏ ਤਾਂ ਕਾਫੀ ਸਾਰੇ ਸ਼ਾਸਕ ਵੀ ਰਹੇ ਨੇਗੇ। ਠੀਕ ਹੈ। ਅੱਗੇ ਜਾ ਕੇ ਜਦੋਂ ਇਹਦਾ ਪਤਨ ਹੋ ਜਾਂਦਾ, ਡਿਕਲਾਈਨ ਹੋ ਜਾਂਦਾ ਹੈ, ਇਹ ਜਿਹੜਾ ਸਾਮਰਾਜ ਹੈ 4 ਰਾਜਵੰਸ਼ਾਂ ਦੇ ਵਿੱਚ ਵੰਡਿਆ ਜਾਂਦਾ ਹੈ ਕਿਉਂਕਿ ਯੂਨਿਟੀ ਨਹੀਂ ਰਹਿੰਦੀ ਹੈਗੀ। ਜਦੋਂ ਵੀ ਆਪਾਂ ਦੇਖਿਆ, ਜਦੋਂ ਵੀ ਪਾਵਰਫੁਲ ਰੂਲਰ ਕਿਸੇ ਵੀ ਇੰਪਾਇਰ ਦਾ ਖਤਮ ਹੋ ਜਾਂਦਾ ਉਸ ਤੋਂ ਬਾਅਦ ਇੰਪਾਇਰ ਦੇ ਵਿੱਚ ਯੂਨਿਟੀ ਨਹੀਂ ਰਹਿੰਦੀ ਤੇ ਉਹ ਡਿਵਾਈਡ ਹੋ ਜਾਂਦੀ ਹੈ। ਸੋ ਸੇਮ ਇਹਦਾ ਵੀ ਇਹੀ ਰੀਜ਼ਨ ਹੈ।
ਸੋ ਜਦੋਂ ਮਹਿਮੂਦ ਗਵਾਹ ਜਿਹੜਾ ਹੈਗਾ ਇਹ ਫੇਮਸ ਮਿਨਿਸਟਰ ਸੀਗਾ ਬਾਮਨੀ ਇੰਪਾਇਰ ਦਾ। ਇਸ ਟਾਈਮ ਦੇ ਉੱਤੇ ਇਹ ਇੰਪਾਇਰ ਦੀ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਸੀ, ਬਹੁਤ ਜ਼ਿਆਦਾ। ਉਹਨੇ ਆਰਟ ਐਂਡ ਆਰਕੀਟੈਕਚਰ ਦੇ ਵੱਲ ਧਿਆਨ ਦਿੱਤਾ, ਹਰ ਇੱਕ ਚੀਜ਼ ਦੇ ਵੱਲ, ਪਬਲਿਕ ਵੈਲਫੇਅਰ ਦੇ ਲਈ ਉਹਨੇ ਬਹੁਤ ਸਾਰੀ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ। ਆਰਟ ਐਂਡ ਆਰਕੀਟੈਕਚਰ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਦੀ ਫੇਮਸ ਹੈਗੀ ਹੈ ਗੁਲਬਰਗਾ ਅਤੇ ਬਿਦਰ ਨਾਂ ਦੀ ਇੱਕ ਆਰਟ ਹੈ ਜੋ ਇਹਨਾਂ ਦੀ ਬਾਹਮਨੀ ਇੰਪਾਇਰ ਦੀ ਫੇਮਸ। ਸੋ ਯੂ ਜਸਟ ਹੈਵ ਟੂ ਰੀਡ ਦ ਨੇਮ, ਓਕੇ। ਆਫਟਰ ਹਿਜ਼ ਡੈਥ, ਜਦੋਂ ਉਹਦੀ ਡੈਥ ਹੋ ਜਾਂਦੀ ਹੈ, ਬਹਿਮਨੀ ਸਾਮਰਾਜ ਦਾ ਡਿਕਲਾਈਨ ਹੋ ਜਾਂਦਾ ਹੈ, ਪਤਨ ਹੋ ਜਾਂਦਾ ਹੈ, ਖਤਮ ਹੋ ਜਾਂਦੀ ਹੈ। ਕਿਹਨਾਂ ਕਾਰਨਾਂ ਕਰਕੇ? ਰਿਲੀਜੀਅਸ ਬਾਇਗੋਟਰੀ। ਰਿਲੀਜੀਅਸ ਬਾਇਗੋਟਰੀ ਮੀਨਸ ਧਾਰਮਿਕ ਕੱਟੜਤਾ। ਅਲਾਉਦੀਨ ਬਾਹਮਨ ਸ਼ਾਹ ਜੋ ਇਸਟੈਬਲਿਸ਼ਰ ਸੀਗਾ ਬਾਹਮਨੀ ਕਿੰਗਡਮ ਦਾ, ਉਹ ਮੁਸਲਿਮ ਸੀਗਾ। ਸੋ ਉਹਦੇ ਰਾਜ ਦੇ ਵਿੱਚ ਜੋ ਵੀ ਹਿੰਦੂ ਰਿਲੀਜਨ ਦੇ ਲੋਕ ਹੁੰਦੇ ਸੀ ਉਹ ਉਹਨਾਂ ਨਾਲ ਬਹੁਤ ਸਾਰਾ ਜ਼ੁਲਮ ਕਰਦਾ ਸੀ। ਹਿੰਦੂਆਂ ਦੇ ਬਹੁਤ ਸਾਰੇ ਮੰਦਿਰ ਵੀ ਉਹਨੇ ਡਿਸਟਰੋਏ ਕਰਵਾਏ ਸੀ। ਤਾਂ ਬਾਹਮਨੀ ਸਾਮਰਾਜ ਹੈ ਉਹ ਪੱਕੇ ਦੁਸ਼ਮਣ ਬਣ ਚੁੱਕੇ ਸੀਗੇ ਹਿੰਦੂ ਦੇ ਤੇ ਹਿੰਦੂ ਉਹਨਾਂ ਦੇ। ਸੋ ਜਿਹੜੇ ਬਾਹਮਨੀ ਸ਼ਾਸਕ ਸੀਗੇ ਉਹ ਹਮੇਸ਼ਾ ਆਪਣੇ ਗੁਆਂਢੀ ਰਾਜਾਂ ਨਾਲ ਲੜਾਈ ਕਰਦੇ ਰਹਿੰਦੇ ਸੀ ਕਿਉਂਕਿ ਉਹਨਾਂ ਦੇ ਨੇਬਰ ਜੋ ਰੂਲਰ ਸੀ ਉਹ ਹਿੰਦੂ ਮਤ ਨੂੰ ਹੀ ਅਪਣਾਉਂਦੇ ਸੀ। ਸੋ ਇਹਨਾਂ ਕਰਕੇ ਬਾਰ-ਬਾਰ ਲੜਾਈਆਂ ਕਰਨ ਕਰਕੇ ਉਹਨਾਂ ਦੀ ਆਰਥਿਕ ਤੇ ਸੈਨਿਕ ਸ਼ਕਤੀ ਤੇ ਬਹੁਤ ਅਸਰ ਪੈਂਦਾ ਸੀ। ਸੋ ਦੈਟਸ ਆਲਸੋ ਰੀਜ਼ਨ ਦੈਟ ਵਾਈ ਦਿਸ empire is declined। ਨੈਕਸਟ ਹੈਗਾ ਕੌਨਫਲਿਕਟ ਵਿਦ ਵਿਜੇ ਨਗਰ। ਵਿਜੇ ਨਗਰ ਨਾਲ ਉਹਨਾਂ ਦਾ ਸੰਘਰਸ਼ ਚੱਲਦਾ ਰਹਿੰਦਾ ਸੀ। ਇਹ ਜੋ ਬਾਹਮਨੀ ਸੁਲਤਾਨ ਸੀ ਇਹ ਦੱਖਣੀ ਭਾਰਤ ਦੇ ਵਿੱਚ ਬਹੁਤ ਸਾਰਾ ਇਸਨੇ ਇੰਪਾਇਰ ਕ੍ਰੀਏਟ ਕੀਤਾ ਹੋਇਆ ਸੀ ਸਾਊਥ ਇੰਡੀਆ ਦੇ ਵਿੱਚ। ਵਿਜੇ ਨਗਰ ਸਾਮਰਾਜ ਦੇ ਜਿਹੜੇ ਸ਼ਾਸਕ ਸੀ ਉਹ ਵੀ ਸਾਊਥ ਇੰਡੀਆ ਦੇ ਗ੍ਰੇਟ ਰੂਲਰ ਸੀ, ਪਾਵਰਫੁਲ ਕਿੰਗਡਮ ਸੀ। ਸੋ ਇਹਨਾਂ ਦੋਵਾਂ ਦੇ ਵਿੱਚ ਲੜਾਈ ਝਗੜੇ ਚੱਲਦੇ ਰਹਿੰਦੇ ਸੀ, ਸੰਘਰਸ਼ ਚੱਲਦਾ ਰਹਿੰਦਾ ਸੀ, ਜਿਸ ਦੇ ਕਰਕੇ ਬਾਹਮਨੀ ਸਾਮਰਾਜ ਕੀ ਹੋ ਗਿਆ? ਕਮਜ਼ੋਰ ਹੋ ਗਿਆ। ਜੋ ਮਹਿਮੂਦ ਸ਼ਾਹ ਸੀਗਾ, ਠੀਕ ਹੈ, ਮਹਿਮੂਦ ਗਵਾਹ ਤੋਂ ਬਾਅਦ ਆਉਂਦਾ ਹੈ ਮਹਿਮੂਦ ਸ਼ਾਹ। ਇਸ ਤੋਂ ਅੱਗੇ ਵਾਲੇ ਜਿਹੜੇ ਹੋਏ, ਠੀਕ ਹੈ, ਨੈਕਸਟ ਵਾਲੇ ਜਿਹੜੇ ਵੀ ਹੋਏ ਮਹਿਮੂਦ ਸ਼ਾਹ ਤੋਂ ਅੱਗੇ ਵਾਲੇ ਨੈਕਸਟ ਵਾਲੇ ਜਿਹੜੇ ਵੀ ਹੋਏ ਉਹ ਵੀਕ ਸਕਸੈਸਰ ਹੀ ਹੋਏ। ਮਤਲਬ ਕਿਸੇ ਨੇ ਵੀ ਬਾਹਮਨੀ ਕਿੰਗਡਮ ਨੂੰ ਨਹੀਂ ਧਿਆਨ ਦੇ ਨਾਲ, ਗੌਰ ਦੇ ਨਾਲ ਅੱਗੇ ਵਧਾਇਆ, ਐਡਮਿਨਿਸਟ੍ਰੇਸ਼ਨ ਵੱਲ ਨਹੀਂ ਧਿਆਨ ਦਿੱਤਾ, ਰਾਜ ਪ੍ਰਬੰਧ ਵੱਲ ਨਹੀਂ ਧਿਆਨ ਦਿੱਤਾ। ਤੇ ਇਹਦੇ ਲਾਸਟ ਰੂਲਰ ਸੀ ਕਲੀਮ ਉਲਾ ਸ਼ਾਹ। ਇਹ ਇੰਪੋਰਟੈਂਟ ਨੇ। ਫਾਊਂਡਰ ਐਂਡ ਲਾਸਟ ਰੂਲਰ ਹਰ ਇੱਕ ਕਿੰਗਡਮ ਦਾ ਕਰਨਾ ਜ਼ਰੂਰੀ ਹੈ, ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ। ਸੋ ਇਸ ਨੂੰ ਬਾਬਰ ਨੇ ਗੱਦੀ ਤੋਂ ਉਤਾਰ ਦਿੱਤਾ ਸੀ ਤੇ ਇਸ ਤੋਂ ਬਾਅਦ ਜਿਹੜਾ ਬਾਹਮਨੀ ਕਿੰਗਡਮ ਜੋ ਐਂਡ ਹੋ ਗਿਆ, ਇਸ ਦਾ ਡਿਕਲਾਈਨ ਹੋ ਗਿਆ, ਖਤਮ ਹੋ ਚੁੱਕਿਆ ਸੀ ਇਸ ਤੋਂ ਬਾਅਦ। ਤੇ ਨੈਕਸਟ ਜੋ ਪਾਵਰਫੁਲ ਕਿੰਗਡਮ ਸੀ ਉਹ ਆਪਣੇ ਕੋਲ ਹੈਗਾ ਸੀ ਵਿਜੇ ਨਗਰ ਇੰਪਾਇਰ। ਇਸ ਦੀ ਸ਼ੁਰੂਆਤ 14th ਸੈਂਚੁਰੀ ਦੇ ਵਿੱਚ ਸਾਊਥ ਇੰਡੀਆ ਦੇ ਵਿੱਚ ਹੁੰਦੀ ਹੈ। ਇਸ ਦੇ ਪਿੱਛੇ ਕੀ ਸਟੋਰੀ ਹੈ? 1327 ਦੇ ਵਿੱਚ ਮੁਹੰਮਦ ਬਿਨ ਤੁਗਲਕ ਸੀ ਜੋ ਇੱਥੇ ਵੀ ਉਹੀ ਟਾਈਮ ਹੈ, ਠੀਕ ਹੈ, ਉਹੀ ਦਿੱਲੀ ਸਲਤਨਤ ਦਾ ਰੂਲਰ ਹੈ। ਇਸਨੇ ਕੈਦੀ ਬਣਾ ਲਿਆ ਸੀ ਹਰੀਹਰ ਅਤੇ ਬੂਕਾ ਰਾਏ ਨੂੰ। ਮੁਹੰਮਦ ਬਿਨ ਤੁਗਲਕ ਸੀ ਜੋ ਉਹ ਮੁਸਲਿਮ ਸੀਗਾ, ਐਜ਼ ਆਲ ਵੀ ਨੋ। ਸੋ ਇਹ ਜੋ ਸੀ ਇਹ ਜ਼ਬਰਦਸਤੀ ਆਪਣੇ ਧਰਮ ਨੂੰ ਅਸੈਪਟ ਕਰਨ ਲਈ ਲੋਕਾਂ ਦੇ ਵਿੱਚ ਫੇਮਸ ਸੀਗਾ। ਹਰ ਇੱਕ ਮੁਸਲਿਮ ਰੂਲਰ ਆਪਣੀ ਪ੍ਰਜਾ ਤੇ ਜ਼ੋਰ ਦਿੰਦੇ ਸੀ ਵੀ ਤੁਸੀਂ ਮੁਸਲਿਮ ਰਿਲੀਜਨ ਨੂੰ ਅਸੈਪਟ ਕਰੋ, ਠੀਕ ਹੈ, ਜ਼ਬਰਦਸਤੀ ਉਹਨਾਂ ਨੂੰ ਅਸੈਪਟ ਕਰਵਾਇਆ ਜਾਂਦਾ ਸੀ। ਤੇ ਇਸੇ ਹੀ ਕਾਰਨ ਹਰੀਹਰ ਅਤੇ ਬੁੱਕਾ ਰਾਏ ਨਾਮ ਦੇ ਦੋ ਸ਼ਖਸ ਸੀਗੇ ਸਾਊਥ ਇੰਡੀਆ ਤੋਂ, ਉਹਨਾਂ ਨੂੰ ਕੈਦੀ ਬਣਾਇਆ ਗਿਆ। ਮੁਹੰਮਦ ਬਿਨ ਤੁਗਲਕ ਨੇ ਕਿਹਾ ਦੇ ਹੈਵ ਟੂ ਅਸੈਪਟ ਦ ਮੁਸਲਿਮ ਰਿਲੀਜਨ। ਸੋ ਉਹਨਾਂ ਨੂੰ ਫਿਰ ਮੰਨਣਾ ਪਿਆ ਕਿਉਂਕਿ ਹੀ ਵਾਜ਼ ਅ ਗ੍ਰੇਟ ਰੂਲਰ, ਉਹਨੂੰ ਫਿਰ ਪਨਿਸ਼ਮੈਂਟ ਵੀ ਦਿੰਦਾ ਸੀ। ਸੋ ਉਹਨਾਂ ਨੇ ਮੰਨ ਲਿਆ। ਜਦੋਂ ਉਹਨਾਂ ਨੇ ਮੰਨ ਲਿਆ, ਸਾਊਥ ਇੰਡੀਆ ਦੇ ਵਿੱਚ ਰਿਵੋਲਟ ਹੋ ਗਈ ਅਗੇਂਸਟ ਮੁਸਲਿਮਸ, ਠੀਕ ਹੈ, ਲੋਕਾਂ ਨੇ ਵਿਦਰੋਹ ਕਰਨਾ ਸ਼ੁਰੂ ਕਰ ਦਿੱਤਾ ਮੁਸਲਿਮਾਂ ਖਿਲਾਫ। ਸੋ ਹਰੀਹਰ ਅਤੇ ਬੁੱਕਾ ਰਾਏ ਵੀ ਇਸ ਵਿਦਰੋਹ ਦੇ ਵਿੱਚ ਸ਼ਾਮਲ ਸੀ, ਉਹਨਾਂ ਲਈ ਹੀ ਇਹ ਵਿਦਰੋਹ ਲੋਕਾਂ ਵੱਲੋਂ ਕੀਤਾ ਗਿਆ ਸੀ। ਇਸ ਤੋਂ ਬਾਅਦ ਜੋ ਗੁਰੂ ਵਿਦਿਆ ਰਾਣਾ ਸੀ, ਇਹ ਸੀਗੇ ਗੁਰੂ ਹਰੀਹਰ ਅਤੇ ਬੁੱਕਾ ਰਾਏ ਦੇ। ਉਹਨਾਂ ਦੇ ਕਹਿਣ ਤੇ ਦੁਬਾਰਾ ਹਿੰਦੂ ਮਤ ਨੂੰ ਅਪਣਾਇਆ ਹਰੀਹਰ ਅਤੇ ਬੁੱਕਾ ਰਾਏ ਨੇ। ਇਸ ਤੋਂ ਬਾਅਦ ਮੁਹੰਮਦ ਬਿਨ ਤੁਗਲਕ ਨੇ ਕੈਦੀ ਬਣਾ ਕੇ ਫੋਰਸਡ ਕੀਤਾ ਟੂ ਅਸੈਪਟ ਇਸਲਾਮ।
ਇਸ ਕਹਾਣੀ ਤੋਂ ਬਾਅਦ ਜਦੋਂ ਉਹ ਦੁਬਾਰਾ ਹਿੰਦੂ ਮਤ ਨੂੰ ਅਪਣਾ ਲੈਂਦੇ ਨੇ 1336 ਦੇ ਵਿੱਚ ਤੁੰਗ ਬਹਾਦਰਾ ਰਿਵਰ ਜੋ ਕਿ ਸਾਊਥ ਇੰਡੀਆ ਦੇ ਵਿੱਚ ਵਹਿੰਦੀ ਹੈ ਉਸ ਦੇ ਕੰਢੇ ਤੇ ਨਵਾਂ ਸ਼ਹਿਰ ਬਣਾਇਆ ਗਿਆ ਹਰੀਹਰ ਤੇ ਬੁੱਕਾ ਰਾਏ ਵੱਲੋਂ ਇਨ ਦ ਮੈਮਰੀ ਆਫ देयर ਗੁਰੂ ਕੌਣ ਸੀ ਵਿਦਿਆ ਰਾਣਾ ਤੇ ਉਹਨਾਂ ਦੇ ਹੀ ਨਾਮ ਤੇ ਸ਼ਹਿਰ ਦਾ ਨਾਮ ਰੱਖਿਆ ਗਿਆ ਵਿਦਿਆ ਨਗਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਾਂ ਫਿਰ ਵਿਜੈ ਨਗਰ। ਸੋ ਇਹ ਸੀ ਕਹਾਣੀ ਵਿਜੈ ਨਗਰ ਇੰਪਾਇਰ ਦੇ ਪਿੱਛੇ। ਸੋ ਆਪਾਂ ਦੇਖ ਸਕਦੇ ਹਾਂ 1336 ਦੇ ਵਿੱਚ ਵਿਜੈ ਨਗਰ ਇੰਪਾਇਰ ਬਣੀ ਸੀ ਐਂਡ 1347 ਦੇ ਵਿੱਚ ਬਾਮਨੀ ਕਿੰਗਡਮ। ਸੋ ਪਹਿਲਾ ਇਸਟੈਬਲਿਸ਼ਮੈਂਟ ਕਿਸ ਦੀ ਹੋਈ? ਵਿਜੈ ਨਗਰ ਇੰਪਾਇਰ ਦੀ ਹੋਈ। ਇਸ ਇੰਪਾਇਰ ਦਾ ਜੋ ਫੇਮਸ ਪਾਵਰਫੁਲ ਰਾਜਾ ਸੀ ਉਹ ਸੀ ਕ੍ਰਿਸ਼ਨ ਦੇਵ ਰਾਏ। ਮਹਾਨ ਰਾਜਾ ਸੀ ਇਸ ਇੰਪਾਇਰ ਦਾ ਸਾਮਰਾਜ ਦਾ। ਗੁੱਡ ਐਡਮਿਨਿਸਟ੍ਰੇਸ਼ਨ ਸ਼ਾਸਨ ਪ੍ਰਬੰਧ ਬਹੁਤ ਚੰਗਾ ਸੀ, ਇਹਨੇ ਵੀ ਬਹੁਤ ਸਾਰੀਆਂ ਡਿਵੈਲਪਮੈਂਟ ਕੀਤੀਆਂ। ਸੋ ਜੋ ਕਿੰਗ ਆਪਣੀ ਇੰਪਾਇਰ ਨੂੰ ਅੱਗੇ ਲੈ ਕੇ ਜਾਂਦਾ ਡਿਵੈਲਪਮੈਂਟ ਕਰਦਾ ਉਹਦਾ ਹੀ ਇਤਿਹਾਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈਗਾ। ਮੌਰਿਆ ਇੰਪਾਇਰ ਦੀ ਗੱਲ ਕਰੀਏ ਤਾਂ ਚੰਦਰਗੁਪਤ ਤੇ ਅਸ਼ੋਕ। ਗੁਪਤ ਇੰਪਾਇਰ ਦੀ ਗੱਲ ਕਰੀਏ ਤਾਂ ਸਮੁੰਦਰ ਗੁਪਤ। ਰਾਜਪੂਤ ਦੀ ਗੱਲ ਕਰੀਏ ਤਾਂ ਚੌਹਾਨ ਡਾਇਨੈਸਟੀ ਦੇ ਪ੍ਰਿਥਵੀਰਾਜ ਚੌਹਾਨ ਹੋ ਗਿਆ। ਵਰਦਨਸ ਦੀ ਗੱਲ ਕਰੀਏ ਤਾਂ ਹਰਸ਼ਵਰਧਨ। ਸੋ ਜੋ ਆਪਣੀ ਕਿੰਗਡਮ ਨੂੰ ਡਿਵੈਲਪਡ ਕਰਦੇ ਨੇ, ਉਹਨਾਂ ਨੂੰ ਫਰਨਿਸ਼ਡ ਕਰਦੇ ਨੇ, ਉਹਨਾਂ ਦੀ ਉન્નਤੀ ਕਰਦੇ ਨੇ, ਉਹਨਾਂ ਦਾ ਹੀ ਇਤਿਹਾਸ ਦੇ ਵਿੱਚ ਜ਼ਿਕਰ ਕੀਤਾ ਗਿਆ। ਉਹੀ ਆਪਾਂ ਨੇ ਪੜ੍ਹਨਾ ਹੈਗਾ, ਉਹੀ ਐਗਜ਼ਾਮ ਪੁਆਇੰਟ ਆਫ ਵਿਊ ਦੇ ਲਈ ਇੰਪੋਰਟੈਂਟ ਹੈ। 17th ਸੈਂਚੁਰੀ ਦੇ ਵਿੱਚ ਇਸ ਦਾ ਵੀ ਡਿਕਲਾਈਨ ਹੋ ਜਾਂਦਾ ਹੈ। ਇਹਦੇ ਪਿੱਛੇ ਵੀ ਉਹੀ ਰੀਜ਼ਨ ਨੇ, ਇਹਨਾਂ ਦਾ ਬਾਮਨੀ ਕਿੰਗਡਮ ਦੇ ਨਾਲ ਸੰਘਰਸ਼ ਚੱਲਦਾ ਰਹਿੰਦਾ ਹੈ। ਥੋੜੇ ਜਿਹੇ ਰਿਲੀਜੀਅਸ ਕਨਫਲਿਕਟਸ ਵੀ ਆਉਂਦੇ ਨੇ ਐਂਡ ਵੀਕ ਸਕਸੈਸਰ ਇਜ਼ ਦਾ ਮੇਨ ਰੀਜ਼ਨ। ਸਾਊਥ ਇੰਡੀਆ ਦੀ ਜੇ ਗੱਲ ਕਰੀਏ ਤਾਂ ਹੋਰ ਵੀ ਬਹੁਤ ਸਾਰੀਆਂ ਡਾਇਨੈਸਟੀ ਸੀ ਜਿਵੇਂ ਸੰਗਮ ਡਾਇਨੈਸਟੀ, ਸਲੂਵਾ ਡਾਇਨੈਸਟੀ, ਤੁਲੂਵਾ ਡਾਇਨੈਸਟੀ, ਹਰੀਹਰ ਫਸਟ, ਨਰਸਿੰਘ, ਵੀਰ ਨਰਸਿੰਘ, ਇਹ ਇਹਨਾਂ ਦੇ ਫਾਊਂਡਰ ਨੇਗੇ। ਠੀਕ ਹੈ, ਜੋ ਇੰਪੋਰਟੈਂਟ ਨੇ ਆਪਾਂ ਉਹੀ ਡਿਸਕਸ ਕੀਤੀਆਂ ਨੇ। ਇੱਕ ਹੋਰ ਇੰਪੋਰਟੈਂਟ ਪੁਆਇੰਟ ਹੈ ਦੈਟ ਇਜ਼ ਬੈਟਲ ਆਫ ਤਾਲੀਕੋਟਾ। ਵਿਜੇ ਨਗਰ ਜੋ ਸੀਗਾ, ਜੋ ਆਪਾਂ ਹੁਣੀ ਡਿਸਕਸ ਕੀਤਾ ਹੈਗਾ, ਇਹ ਕਿਵੇਂ ਡਿਕਲਾਈਨ ਹੋਇਆ? ਇਹਦੇ ਪਿੱਛੇ ਇੱਕ ਹੋਰ ਵੀ ਰੀਜ਼ਨ ਸੀ। ਇਸ ਦੀ ਲੜਾਈ ਹੋਈ ਸੀ ਅਹਿਮਦ ਨਗਰ, ਬੀਜਾਪੁਰ ਅਤੇ ਬੀਦਰ ਦੇ ਵਿੱਚ। ਇਹ ਤਿੰਨੇ ਇਕੱਠੇ ਸੀ, ਵਿਜੇ ਨਗਰ ਇਕੱਲਾ ਸੀ। ਸੋ ਬੈਟਲ ਆਫ ਤਾਲੀਕੋਟਾ ਇਹਨੂੰ ਕਿਹਾ ਜਾਂਦਾ ਹੈਗਾ, ਜਿਸ ਦੇ ਵਿੱਚ ਵਿਜੇ ਨਗਰ 3 ਇੰਪਾਇਰ ਦੇ ਨਾਲ ਫਾਈਟ ਕਰਦਾ ਹੈ ਤੇ ਇਸ ਦੇ ਵਿੱਚ ਵਿਜੇ ਨਗਰ ਇੰਪਾਇਰ ਖਤਮ ਹੋ ਜਾਂਦਾ, ਡਿਕਲਾਈਨ ਹੋ ਜਾਂਦਾ ਹੈ। ਇਹ ਸੀ ਆਪਣੀ ਹਿਸਟਰੀ ਸਾਊਥ ਇੰਡੀਆ ਕਿੰਗਡਮ ਦੀ। ਓਨਲੀ ਇੰਪੋਰਟੈਂਟ ਪੁਆਇੰਟ ਹੀ ਡਿਸਕਸ ਕੀਤੇ ਗਏ ਨੇ ਐਂਡ ਇਹ ਏਂਸ਼ੀਅੰਟ ਹਿਸਟਰੀ ਦਾ ਆਪਣਾ ਲਾਸਟ ਚੈਪਟਰ ਸੀ। ਇਸ ਦੇ ਨਾਲ ਆਪਣੀ ਏਂਸ਼ੀਅੰਟ ਹਿਸਟਰੀ ਖਤਮ ਹੁੰਦੀ ਹੈ। ਇਸ ਤੋਂ ਅੱਗੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਰਿਲੇਟਡ MCQs ਦੇਖਣ ਨੂੰ ਮਿਲਣਗੇ ਤੁਹਾਨੂੰ। ਸੋ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ।